ਇੰਗਲਿਸ਼ ਪੈਡਾਗੋਜੀ ਦੀ ਪਹਿਲੀ ਵੀਡੀਓ ਦੇ ਵਿੱਚ ਆਪਾਂ ਨੇ ਇੰਗਲਿਸ਼ ਸਕਿੱਲਸ ਬਾਰੇ ਗੱਲ ਕੀਤੀ ਸੀ। ਲਾਲ ਸਿੰਘ ਰਾਮੂਵਾਲੀਆ ਤੁਹਾਨੂੰ ਯਾਦ ਹੋਣਾ, ਲਿਸਨਿੰਗ, ਸਪੀਕਿੰਗ, ਰੀਡਿੰਗ ਐਂਡ ਰਾਈਟਿੰਗ, ਔਰ ਕਿਵੇਂ ਉਹ ਹੋਣਾ ਚਾਹੀਦਾ ਉਹਦੇ ਬਾਰੇ ਆਪਾਂ ਨੇ ਡਿਟੇਲ ਦੇ ਵਿੱਚ ਜਾਣਿਆ ਸੀ। ਅੱਜ ਆਪਾਂ ਕੁਝ ਕੁਐਸਚਨ ਉਹਨਾਂ ਨੂੰ ਅਟੈਂਪਟ ਕਰਦੇ ਹਾਂ, ਫਿਰ ਆਪਾਂ ਨੈਕਸਟ ਟੌਪਿਕ ਉਹਨੂੰ ਦੇਖਦੇ ਹਾਂ, ਮੈਥਡਸ ਆਫ ਟੀਚਿੰਗ ਇੰਗਲਿਸ਼, ਉਹਨੂੰ ਵੀ ਆਪਾਂ ਦੇਖਦੇ ਹਾਂ। ਤਾਂ ਸਭ ਤੋਂ ਪਹਿਲਾਂ ਕੁਝ ਕੁਐਸਚਨ। Mother tongue can influence be effectively minimized in the classroom by चार ऑप्शंस हैं अपने को, यूजिंग द मदर टंग मोर ऑफन, गिविंग एग्जांपल्स फ्रॉम मदर टंग, गिविंग ए लॉट ऑफ एक्सपोजर इन टारगेट लैंग्वेज, गिविंग इनपुट्स फ्रॉम टारगेट लैंग्वेज इन ए ਸਿੰਪਲ ਗ੍ਰੇਡਡ ਮੈਨਰ। ਹੁਣ ਇਹਦੇ ਵਿੱਚ ਪੁੱਛ ਕੀ ਰਿਹਾ, ਸਾਨੂੰ ਪੁੱਛ ਰਿਹਾ ਕਿ ਮਦਰ ਟੰਗ ਦਾ ਇਨਫਲੂਐਂਸ ਅਸੀਂ ਕਿਵੇਂ ਘਟਾ ਸਕਦੇ ਹਾਂ। ਇਹ ਤਾਂ ਬਿਲਕੁਲ ਹੀ ਆਊਟ ਹੋ ਜਾਏਗਾ ਕਿਉਂਕਿ ਇਹ ਤਾਂ ਮਦਰ ਟੰਗ ਤਾਂ ਆਪਾਂ ਜ਼ਿਆਦਾ ਯੂਜ਼ ਕਰ ਰਹੇ ਹਾਂ। ਗਿਵਿੰਗ ਐਗਜ਼ਾਮਪਲਸ, ਇਹ ਵੀ ਆਊਟ ਹੋ ਜਾਏਗਾ ਫਰੋਮ ਦ ਮਦਰ ਟੰਗ। ਗਿਵਿੰਗ ਲੋਟ ਆਫ ਐਕਸਪੋਜ਼ਰ ਇਨ ਦ ਮਦਰ ਟੰਗ, ਗਿਵਿੰਗ ਇਨਪੁਟਸ ਫਰੋਮ ਦ ਟਾਰਗੇਟ ਲੈਂਗੁਏਜ ਇਨ ਸਿੰਪਲ ਗ੍ਰੇਡਡ ਮੈਨਰ। ਸੋ ਦੋ ਚੀਜ਼ਾਂ ਆਪਣੇ ਕੋਲ ਬਚਦੀਆਂ ਨੇ, ਤਾਂ ਦੋਨਾਂ ਦੇ ਵਿੱਚੋਂ ਕਿਹੜਾ ਬੈਟਰ ਤਰੀਕਾ ਹੋਏਗਾ? ਬੈਟਰ ਤਰੀਕਾ ਹੋਏਗਾ ਆਪਣੇ ਕੋਲ ਗਿਵਿੰਗ ਇਨਪੁਟਸ ਫਰੋਮ ਦ ਟਾਰਗੇਟ ਲੈਂਗੁਏਜ ਇਨ ਏ ਸਿੰਪਲ ਗ੍ਰੇਡਡ ਮੈਨਰ। ਸੋ ਇਸ ਤਰੀਕੇ ਦੇ ਕੁਐਸਚਨ ਐਗਜ਼ਾਮ 'ਚ ਬਣਦੇ ਨੇ ਔਰ ਤੁਸੀਂ ਇਸ ਤਰੀਕੇ ਨਾਲ ਉਹਨਾਂ ਨੂੰ ਅਟੈਂਪਟ ਕਰਨਾ ਹੈ। ਏ ਟੈਸਟ ਆਫ ਲਿਸਨਿੰਗ ਕੰਪਰੀਹੈਂਸ਼ਨ ਇਜ਼ ਏ ਟੈਸਟ ਆਫ, ਆਪਾਂ ਪੜ੍ਹ ਕੀ ਰਹੇ ਹਾਂ, ਗੱਲ ਕਿਹਦੇ ਬਾਰੇ ਕਰ ਰਹੇ ਹਾਂ? ਆਪਾਂ ਲਿਸਨਿੰਗ ਬਾਰੇ ਗੱਲ ਕਰ ਰਹੇ ਹਾਂ। ਸੋ ਏ ਟੈਸਟ ਆਫ ਲਿਸਨਿੰਗ, ਜਦੋਂ ਟੈਸਟ ਆਫ ਲਿਸਨਿੰਗ ਹੋਏਗਾ ਤਾਂ ਅਸੀਂ ਉਹਦੇ ਵਿੱਚ ਬੱਚੇ ਦਾ ਕੀ ਚੀਜ਼ ਚੈੱਕ ਕਰ ਰਹੇ ਹਾਂ ਕਿ ਉਹਨੇ ਸੁਣਿਆ ਹੈ ਪ੍ਰੋਪਰਲੀ ਕਿ ਨਹੀਂ ਸੁਣਿਆ ਹੈ। ਉਹਦੀ ਫੋਨੋਲੋਜੀ ਦੇਖਾਂਗੇ, ਬੋਲਦਾ ਕਿਵੇਂ ਹੈ। ਉਹਦੇ ਹੀਅਰਿੰਗ ਸਕਿੱਲ ਟੈਸਟ ਕਰਾਂਗੇ, ਉਹਦੇ ਪ੍ਰੋਡਕਟਿਵ ਸਕਿੱਲ ਟੈਸਟ ਕਰਾਂਗੇ ਕਿ ਰਿਸੈਪਟਿਵ ਸਕਿੱਲ ਟੈਸਟ ਕਰਾਂਗੇ। ਸੋ ਅਸੀਂ ਫੋਨੋਲੋਜੀ ਨਹੀਂ ਚੈੱਕ ਕਰ ਰਹੇ, ਹੀਅਰਿੰਗ ਡਾਕਟਰਾਂ ਨੇ ਕਰਨੀ ਹੈ ਉਹਦੀ ਚੈੱਕ। ਪ੍ਰੋਡਕਟਿਵਿਟੀ ਜਿਹੜੀ ਸੀਗੀ ਫਾਈਨਲ ਆਊਟਕਮ ਹੋਏਗੀ, ਉਹਦਾ ਅਸੀਂ ਕੀ ਚੈੱਕ ਕਰਦੇ ਹਾਂ? ਰਿਸੈਪਟਿਵ, ਕਿ ਜੋ ਉਹਨੇ ਸੁਣਿਆ ਹੈ ਉਹਨੇ ਪ੍ਰੋਪਰਲੀ ਸੁਣ ਵੀ ਲਿਆ ਕਿ ਨਹੀਂ ਸੁਣ ਲਿਆ ਉਸ ਚੀਜ਼ ਨੂੰ ਉਹ। ਸੋ ਕਿਹੜੇ ਸਕਿੱਲ ਟੈਸਟ ਹੋਏ ਇੱਥੇ? ਰਿਸੈਪਟਿਵ ਸਕਿੱਲ ਉਹਦੇ ਟੈਸਟ ਹੋਏ ਨੇ। ਇੰਟਰੈਕਟਿਵ ਲਿਸਨਿੰਗ, ਇੰਟਰੈਕਟਿਵ ਲਿਸਨਿੰਗ ਕੀ ਹੁੰਦੀ ਹੈ? ਨਾਓ ਆਪਸ਼ਨਾਂ ਕਿਹੜੇ ਨੇ? ਲਿਸਨਿੰਗ ਐਂਡ ਰਿਸਪੌਂਡਿੰਗ, listening for mood and tone, listening for word stress and emphasis, listening for finding out speaker's attitude। ਹੁਣ ਇੱਥੇ ਪੁੱਛ ਕੇ ਰਿਹਾ ਇੰਟਰੈਕਟਿਵ। ਇੰਟਰੈਕਟਿਵ ਦਾ ਮਤਲਬ ਕੀ ਹੁੰਦਾ ਹੈ? ਜਦੋਂ ਕੋਈ ਦੋ ਬੰਦੇ ਆਪਸ 'ਚ ਗੱਲ ਕਰਦੇ ਨੇ ਤਾਂ ਉਹ ਆਪਸ 'ਚ ਕੀ ਕਰਦੇ ਨੇ? ਇੰਟਰੈਕਟ ਕਰਦੇ ਨੇ। ਸੋ ਇੰਟਰੈਕਟਿਵ ਤੇ ਇੰਡਕਟਿਵ ਦੋਨੋਂ ਚੀਜ਼ਾਂ ਅਲੱਗ ਹੋ ਗਈਆਂ। ਆਮ ਤੌਰ ਤੇ ਸਟੂਡੈਂਟਸ ਇੰਟਰੈਕਟਿਵ ਨੂੰ ਤੇ ਇੰਡਕਟਿਵ ਨੂੰ ਆਪਸ 'ਚ ਮਿਕਸ ਕਰ ਜਾਂਦੇ ਨੇ। ਇੱਥੇ ਕੁਐਸਚਨ ਇੰਟਰੈਕਟਿਵ ਬਾਰੇ ਹੈ, ਇੰਡਕਟਿਵ ਬਾਰੇ ਨਹੀਂ ਹੈ। ਸੋ ਲਿਸਨਿੰਗ ਫॉर ਫਾਈਂਡਿੰਗ ਆਊਟ ਸਪੀਕਰ ਐਟੀਟਿਊਡ, ਇੰਟਰੈਕਟਿਵ ਸਪੀਕਰ ਐਟੀਟਿਊਡ। ਨਾਓ ਇੰਟਰੈਕਸ਼ਨ ਹੋ ਰਹੀ ਹੈ ਇੱਥੇ? ਇੰਟਰੈਕਸ਼ਨ ਨਹੀਂ ਹੋ ਰਹੀ ਹੈ ਇੱਥੇ, ਠੀਕ ਹੈ ਜੀ। ਲਿਸਨਿੰਗ ਫॉर ਵਰਡ ਸਟ੍ਰੈਸ ਐਂਡ ਐਮਫੈਸਿਸ, ਜਦੋਂ ਲਿਸਨਿੰਗ ਦੇ ਵਿੱਚ ਆਪਾਂ ਬੱਚੇ ਦੇ ਸਮਝਣ ਦੇ ਉੱਤੇ ਗੱਲ ਕਰ ਰਹੇ ਹਾਂ, ਸਪੀਕਿੰਗ ਨਹੀਂ ਹੋ ਰਹੀ ਇੱਥੇ, ਠੀਕ ਹੈ ਜੀ। ਸੋ ਸਪੀਕਿੰਗ ਵਾਲੇ ਇਹ ਕੁਐਸਚਨ ਕਿਹਦੇ ਬਾਰੇ? ਲਿਸਨਿੰਗ ਬਾਰੇ। ਸੋ ਇਹ ਵੀ ਜਵਾਬ ਨਹੀਂ ਹੋਏਗਾ। ਲਿਸਨਿੰਗ ਫॉर ਮੂਡ ਐਂਡ ਟੋਨ, ਨਾਓ ਲਿਸਨਿੰਗ ਦੇ ਵਿੱਚ ਫॉर ਮੂਡ ਐਂਡ ਟੋਨ, ਇੱਥੇ ਵੀ ਇੰਟਰੈਕਸ਼ਨ ਹੋ ਰਹੀ ਹੈ? ਇੰਟਰੈਕਸ਼ਨ ਨਹੀਂ ਹੋ ਰਹੀ, ਸਿਰਫ ਬੰਦਾ ਸੁਣ ਰਿਹਾ ਹੈ। ਲਿਸਨਿੰਗ ਐਂਡ ਰਿਸਪੌਂਡਿੰਗ, ਬੰਦਾ ਸੁਣ ਰਿਹਾ ਹੈ ਤੇ ਉਹਨੂੰ ਰਿਸਪੌਂਡ ਕਰ ਰਿਹਾ ਹੈ। ਨਾਓ that is the right answer। ਇੱਥੇ ਕੀ ਬਣਦਾ ਸਾਡਾ? ਉਹ listening and responding। so interactive listening refer to listening in collaborative conversation। ਇੰਟਰੈਕਸ਼ਨ ਦੇ ਵਿੱਚ ਕੀ ਹੁੰਦਾ? ਕੋਲੈਬੋਰੇਸ਼ਨ ਹੁੰਦੀ ਹੈ, ਦੋ ਬੰਦਿਆਂ 'ਚ ਕੋਲੈਬੋਰੇਸ਼ਨ ਹੁੰਦੀ ਹੈ। ਇਹਨਾਂ ਬਾਕੀ ਚੀਜ਼ਾਂ ਦੇ ਵਿੱਚ ਬੰਦਾ ਇਕੱਲਾ ਹੀ, ਇੱਕ ਬੰਦੇ ਦੇ ਸੁਣਨ ਦੇ ਉੱਤੇ ਇਕੱਲਾ ਐਮਫੈਸਿਸ ਹੈ ਇੱਥੇ ਤੇ ਤਿੰਨਾਂ ਦੇ ਵਿੱਚ। ਇੱਥੇ ਕੀ ਹੈ? ਬੰਦਾ ਸੁਣ ਰਿਹਾ ਤੇ ਨਾਲ ਉਹ ਰਿਸਪੌਂਡ ਕਰ ਰਿਹਾ ਹੈ। ਸੋ ਇੰਟਰੈਕਟਿਵ ਲਿਸਨਿੰਗ ਕੀ ਹੋ ਜਾਏਗਾ? ਲਿਸਨਿੰਗ ਐਂਡ ਰਿਸਪੌਂਡਿੰਗ ਹੋ ਜਾਏਗਾ। ਸਪੀਕਿੰਗ ਦੇ ਉੱਤੇ ਕੁਐਸਚਨ, ਲੈਂਗੁਏਜ ਸਕਿੱਲ ਦੈਟ ਕੈਨ ਨਾਟ ਬੀ ਅਸੈਸਡ ਥਰੂ ਟ੍ਰੈਡੀਸ਼ਨਲ ਪੈਨ ਪੇਪਰ ਆਰ। ਅਸੈਸ ਦਾ ਮਤਲਬ ਕੀ ਹੈ? ਅਸੈਸਮੈਂਟ। ਆਪਾਂ ਪਹਿਲਾਂ ਵੀ ਅਸੈਸਮੈਂਟ ਕੀਤੀ ਸੀਗੀ ਜਦੋਂ ਆਪਾਂ ਸ਼ੁਰੂ 'ਚ ਅਸੈਸਮੈਂਟ ਦੇ ਉੱਤੇ ਵੀਡੀਓ ਪਾਈ ਸੀਗੀ। ਸੋ ਅਸੈਸਮੈਂਟ ਕਿਹੜੀ ਚੀਜ਼ ਦੀ ਕਾਗਜ਼ ਤੇ ਪੈਨ ਨਾਲ ਨਹੀਂ ਹੋ ਸਕਦੀ? ਰੀਡਿੰਗ ਐਂਡ ਲਿਸਨਿੰਗ, ਠੀਕ ਹੈ ਜੀ, ਰੀਡਿੰਗ ਐਂਡ ਲਿਸਨਿੰਗ।
ਰੀਡਿੰਗ ਐਂਡ ਲਿਸਨਿੰਗ ਦੇ ਵਿੱਚ ਵੀ ਤੁਹਾਨੂੰ ਜਿਹੜਾ ਸੀਗਾ ਪੈਨ ਪੇਪਰ ਯੂਜ਼ ਹੋਏਗਾ। ਰਾਈਟਿੰਗ ਦੇ ਵਿੱਚ ਤਾਂ ਡੈਫੀਨੇਟਲੀ ਹੋਣਾ ਹੀ ਹੋਣਾ ਇਹ। ਰੀਡਿੰਗ ਐਂਡ ਸਪੀਕਿੰਗ, ਠੀਕ ਹੈ ਜੀ। ਫਿਰ ਇਹਦੇ ਵਿੱਚ ਵੀ ਤੁਹਾਡਾ, ਕਿਉਂਕਿ ਰੀਡਿੰਗ ਦੇ ਵਿੱਚ ਤੁਹਾਡਾ ਪੈਨ ਯੂਜ਼ ਹੋਣਾ ਹੈ ਅਤੇ ਪੇਪਰ ਯੂਜ਼ ਹੋਣਾ ਹੈ। ਲਿਸਨਿੰਗ ਐਂਡ ਸਪੀਕਿੰਗ, ਲਿਸਨਿੰਗ ਐਂਡ ਸਪੀਕਿੰਗ ਦੇ ਵਿੱਚ ਤੁਹਾਡਾ ਪੈਨ ਪੇਪਰ ਯੂਜ਼ ਨਹੀਂ ਹੁੰਦਾ। ਸੋ ਜਵਾਬ ਕੀ ਹੋਏਗਾ ਸਾਡਾ? ਲਿਸਨਿੰਗ ਐਂਡ ਸਪੀਕਿੰਗ। ਕਿਉਂਕਿ ਬੰਦਾ ਬੋਲ ਰਿਹਾ ਤੇ ਸੁਣ ਰਿਹਾ, ਬੋਲ ਰਿਹਾ ਤੇ ਸੁਣ ਰਿਹਾ। ਇੱਥੇ ਕੀ ਹੋਏਗਾ ਤੁਹਾਡਾ? ਉਹ ਬੰਦਾ ਪੜ੍ਹ ਰਿਹਾ ਤੇ ਬੋਲ ਰਿਹਾ। ਜਦੋਂ ਪੜ੍ਹ ਰਿਹਾ ਤਾਂ ਕਾਗਜ਼ ਯੂਜ਼ ਹੋ ਰਿਹਾ ਹੈ। ਰਾਈਟਿੰਗ ਦੇ ਵਿੱਚ ਵੀ ਕਾਗਜ਼ ਯੂਜ਼ ਹੋ ਰਿਹਾ ਹੈ। ਰੀਡਿੰਗ ਐਂਡ ਲਿਸਨਿੰਗ, ਇੱਥੇ ਪੜ੍ਹ ਰਿਹਾ ਤੇ ਸੁਣ ਵੀ ਰਿਹਾ ਹੈ ਇੱਥੇ ਇਹ। ਸੋ ਦੈਟ ਮੀਨਸ ਇਹਨਾਂ ਤਿੰਨਾਂ ਦੇ ਵਿੱਚ ਪੇਪਰ ਯੂਜ਼ ਹੁੰਦਾ ਜਾਂ ਪੇਪਰ ਤੇ ਪੈਨ ਯੂਜ਼ ਹੁੰਦਾ। ਪਹਿਲੇ ਦੇ ਵਿੱਚ ਤੁਹਾਡਾ ਨਾ ਪੇਪਰ ਯੂਜ਼ ਹੁੰਦਾ ਨਾ ਪੈਨ ਯੂਜ਼ ਹੁੰਦਾ। Which of the following is an incorrect assumption in language teaching? Incorrect, ਇੱਥੇ ਪੁੱਛ ਕੀ ਰਿਹਾ ਸਾਡੇ ਤੋਂ? Incorrect in language teaching. Learners acquire language by trying to use it in the real situation. ਠੀਕ ਹੈ ਜੀ। ਆਪਾਂ ਨੇ ਕੀਤਾ ਸੀਗਾ ਕਿ ਲਰਨਰ ਜਿਹੜਾ ਸੀਗਾ ਲੈਂਗੁਏਜ ਕਿਵੇਂ ਐਕਵਾਇਰ ਕਰਦਾ ਹੈ? ਰੀਅਲ ਸਿਚੁਏਸ਼ਨ 'ਚ ਐਕਵਾਇਰ ਕਰਦਾ ਹੈ। ਦੈਟ ਮੀਨਸ ਇਹ ਗਲਤ ਨਹੀਂ ਹੈ, ਇਹ ਤਾਂ ਠੀਕ ਹੈ। ਲਰਨਰਸ ਫਸਟ ਲੈਂਗੁਏਜ ਪਲੇਜ਼ ਐਨ ਇੰਪੋਰਟੈਂਟ ਰੋਲ। ਲਰਨਰ ਨੂੰ ਆਪਣੀ ਭਾਸ਼ਾ ਆਉਂਦੀ ਹੋਏਗੀ ਤਾਂ ਹੀ ਦੂਜੀ ਭਾਸ਼ਾ ਸਿੱਖ ਸਕੇਗਾ, ਇਹ ਵੀ ਠੀਕ ਹੈ। ਲੈਂਗੁਏਜ ਟੀਚਿੰਗ ਸ਼ੁੱਡ ਹੈਵ ਫੋਕਸ ਔਨ ਦ ਕਮਿਊਨੀਕੇਟਿਵ ਐਕਟੀਵਿਟੀਜ਼, ਇਹ ਵੀ ਲੈਂਗੁਏਜ ਪੜ੍ਹਾਉਣ ਵਾਸਤੇ ਜ਼ਰੂਰੀ ਹੈ। ਲੈਂਗੁਏਜ ਟੀਚਿੰਗ ਸ਼ੁੱਡ ਗਿਵ ਇੰਪੋਰਟੈਂਸ ਟੂ ਰਾਈਟਿੰਗ ਰਾਦਰ ਦੈਨ ਸਪੀਚ। ਹੁਣ ਇਹ ਕੋਈ ਚੰਗਾ ਤਰੀਕਾ ਪੜ੍ਹਾਉਣ ਦਾ? ਕਿਸੇ ਵੀ ਲੈਂਗੁਏਜ ਨੂੰ ਪੜ੍ਹਾਉਣ ਦਾ ਪਹਿਲਾਂ ਤਾਂ ਬੰਦੇ ਨੂੰ ਬੋਲਣਾ ਆਉਣਾ ਚਾਹੀਦਾ, ਤਾਂ ਹੀ ਉਸ ਤੋਂ ਬਾਅਦ ਉਹ ਪੜ੍ਹ ਸਕੇਗਾ। ਫਿਰ ਹੀ ਜਿਹੜਾ ਸੀਗਾ ਉਹ ਪਹਿਲਾਂ ਤਾਂ ਲਿਸਨਿੰਗ, ਫਿਰ ਸਪੀਕਿੰਗ, ਫਿਰ ਰੀਡਿੰਗ, ਫਿਰ ਰਾਈਟਿੰਗ। ਇੱਥੇ ਕੀ ਕਹਿ ਰਿਹਾ? ਰਾਈਟਿੰਗ ਤੋਂ ਸ਼ੁਰੂ ਹੋ ਜਾਓ ਜੀ। ਸੋ ਇਹ ਚੀਜ਼ ਜਿਹੜੀ ਸੀਗੀ ਇਨਕੋਰੈਕਟ ਹੈਗੀ ਹੈ। ਇਸ ਕਰਕੇ ਸਾਡਾ ਜਵਾਬ ਕੀ ਹੋਏਗਾ? ਇਨਕੋਰੈਕਟ ਮੈਥਡ ਆਫ ਲੈਂਗੁਏਜ ਟੀਚਿੰਗ ਇਜ਼ ਕਿ ਸਾਨੂੰ ਰਾਈਟਿੰਗ 'ਤੇ ਜ਼ੋਰ ਦੇਣਾ ਚਾਹੀਦਾ ਔਰ ਬੋਲਣ 'ਤੇ ਜ਼ੋਰ ਨਹੀਂ ਦੇਣਾ ਚਾਹੀਦਾ। Speaking skill can be best developed by enabling the learner to ਸਪੀਕਿੰਗ ਸਕਿੱਲ, ਇਹ ਸਭ ਤੋਂ ਵਧੀਆ ਤਰੀਕਾ ਜਿਹੜਾ ਸੀ ਕਿਹੜਾ ਹੈਗਾ ਸਪੀਕਿੰਗ ਸਕਿੱਲ ਵਾਸਤੇ? ਰੀਡ ਚੈਲੰਜਿੰਗ ਐਂਡ ਡਿਫੀਕਲਟ ਟੈਕਸਟਸ, ਔਖੇ ਪੈਸੇਜ ਪੜ੍ਹਾਓ ਬੱਚੇ ਨੂੰ, ਤਾਂ ਉਹਦੀ ਜਿਹੜੀ ਸੀ ਨਾ ਸਪੀਕਿੰਗ ਸਕਿੱਲ ਬੈਟਰ ਹੋ ਜਾਏਗੀ। ਤੁਹਾਨੂੰ ਕੀ ਲੱਗਦਾ ਇਹਦੇ ਬਾਰੇ? ਇਹ ਤਾਂ ਗਲਤ ਹੈ। ਕਮਿਊਨੀਕੇਸ਼ਨ ਇਨ ਰੀਅਲ ਲਾਈਫ ਸਿਚੁਏਸ਼ਨ, ਠੀਕ ਹੈ ਜੀ, ਇਹ ਕੁਝ ਠੀਕ ਲੱਗਦਾ ਹੈ ਕਿ ਵੀ ਕਮਿਊਨੀਕੇਸ਼ਨ ਇਨ ਰੀਅਲ ਲਾਈਫ ਸਿਚੁਏਸ਼ਨ। ਲਿਸਨ ਟੂ ਮਾਡਲ ਪ੍ਰੋਵਾਈਡਡ ਬਾਈ ਦ ਟੀਚਰ, ਕਿ ਜਿਵੇਂ ਟੀਚਰ ਬੋਲਦਾ ਉਵੇਂ ਪਿੱਛੇ। ਤਾਂ ਆਪਾਂ ਨੇ ਡੂਜ਼ ਐਂਡ ਡੋਨਟਸ ਕੀਤਾ ਸੀਗਾ ਕਿ ਡਰਿਲ ਨਹੀਂ ਕਰਨੀ, ਠੀਕ ਹੈ ਜੀ, ਰਿਪੀਟ ਨਹੀਂ ਕਰਨਾ, ਤਾਂ ਦੈਟ ਮੀਨਸ ਇਹ ਵੀ ਮੈਥਡ ਗਲਤ ਹੋ ਗਿਆ। ਅਵੋਇਡ ਆਲ ਐਰਰਸ ਵਾਈਲ ਸਪੀਕਿੰਗ, ਦੇਖ ਵੀ ਤੂੰ ਬੋਲਣਾ ਸਿੱਖਣਾ ਪਰ ਗਲਤ ਕੁਝ ਨਾ ਬੋਲਣੀ, ਨਾ ਡੈਫੀਨੇਟਲੀ ਇਹ ਵੀ ਗਲਤ ਹੈ। ਦੈਟ ਮੀਨਸ ਕਮਿਊਨੀਕੇਟ ਇਨ ਦਾ ਰੀਅਲ ਲਾਈਫ ਸਿਚੁਏਸ਼ਨ, ਕਿ ਜਿਸ ਸਿਚੁਏਸ਼ਨ 'ਚ ਤੁਸੀਂ ਰਹਿੰਦੇ ਹੋ ਉਸੇ ਮੁਤਾਬਕ ਤੁਸੀਂ ਬੋਲਣਾ ਸ਼ੁਰੂ ਕਰੋ, ਕਮਿਊਨੀਕੇਟ ਕਰਨਾ ਸ਼ੁਰੂ ਕਰੋ, ਤਾਂ ਤੁਹਾਨੂੰ ਬੈਟਰ ਤਰੀਕਾ ਹੈ ਉਹ ਸਪੀਕਿੰਗ ਸਕਿੱਲਸ ਬਾਰੇ, ਚੰਗਾ ਤਰੀਕਾ ਹੈ ਉਹ। ਰੀਡਿੰਗ ਸਕਿੱਲ ਕੈਨ ਬੀ ਬੈਸਟ ਡਿਵੈਲਪਡ ਬਾਏ, ਹੁਣ ਕੁਐਸਚਨ ਕਿਸ ਦੇ ਨੇ? ਰੀਡਿੰਗ ਸਕਿੱਲ ਦੇ ਉੱਤੇ ਨੇ ਇਹ। ਰਾਈਟਿੰਗ ਆਨਸਰਸ ਟੂ ਕੁਐਸਚਨਸ ਔਨ ਦਾ ਟੈਕਸਟ, ਠੀਕ ਹੈ ਜੀ, ਲਿਖਣ ਬਾਰੇ ਗੱਲ ਹੋ ਗਈ। ਆਪਾਂ ਕੁਐਸਚਨ ਕਿਹਦੇ ਬਾਰੇ? ਰੀਡਿੰਗ ਬਾਰੇ। ਦੈਟ ਮੀਨਸ ਕੱਟ ਦਿਓ ਇਹਨੂੰ ਇਹ। ਫੋਕਸ ਔਨ ਯੂਜ਼ ਆਫ ਵਰਡਸ ਫਰੋਮ ਦਾ ਕੰਟੈਕਸਟ ਇਨ ਦਾ ਟੈਕਸਟ, ਠੀਕ ਹੈ ਜੀ, ਤੁਹਾਨੂੰ ਪੈਰਾਗ੍ਰਾਫ ਦਿੱਤਾ ਗਿਆ ਹੈ, ਉਹਦੇ ਵਿੱਚੋਂ ਵਰਡ ਚੁਣੋ ਤੇ ਉਹਨਾਂ ਦੇ ਉੱਤੇ ਫੋਕਸ ਕਰੋ, ਠੀਕ ਹੈ ਜੀ। ਤਾਂ ਦੇਖੋ ਕੀ ਲੱਗਦਾ ਤੁਹਾਨੂੰ ਇਹਦੇ ਬਾਰੇ ਇਹ। ਡੂਇੰਗ ਵੋਕੈਬਲਰੀ ਐਕਸਰਸਾਈਜ਼ਿਜ਼, ਵੋਕੈਬਲਰੀ ਦੀ ਐਕਸਰਸਾਈਜ਼ ਕਰੋ। ਆਪਾਂ ਨੇ ਕਦੇ ਵੀ ਵੋਕੈਬ ਦੇ ਉੱਤੇ ਜ਼ਿਆਦਾ ਜ਼ੋਰ ਨਹੀਂ ਦੇਣਾ, ਆਪਾਂ ਨੇ ਪਹਿਲਾਂ ਕੀਤਾ ਸੀਗਾ। ਡੂਇੰਗ ਕੁਇਜ਼ਜ਼ ਐਂਡ ਪਲੇਇੰਗ ਵਰਡ ਗੇਮਸ, ਵਰਡ ਗੇਮਸ ਵਗੈਰਾ ਖੇਲੋ ਤਾਂ ਤੁਹਾਨੂੰ ਉਹ ਬੈਟਰ ਰੀਡਿੰਗ ਹੋ ਸਕਦੀ ਹੈ। ਨੋ, ਸੋ ਇਹਦੇ 'ਚ ਕਿਸ ਚੀਜ਼ 'ਤੇ ਜ਼ੋਰ ਦੇਣਾ? ਫੋਕਸ ਔਨ ਦਾ ਯੂਜ਼ ਆਫ ਵਰਡਸ ਰੀਡਿੰਗ ਦੇ ਵਿੱਚ, ਕਿ ਰੀਡਿੰਗ ਸਕਿੱਲ ਕੈਨ ਬੀ ਡਿਵੈਲਪਡ ਬੈਸਟ ਬਾਏ ਫੋਕਸਿੰਗ ਔਨ ਦਾ ਯੂਜ਼ ਆਫ ਵਰਡਸ ਫਰੋਮ ਦਾ ਕੰਟੈਕਸਟ ਇਨ ਦਾ ਟੈਕਸਟ। ਕਈ ਵਾਰੀ ਤੁਸੀਂ ਜਦੋਂ ਕੋਈ ਪੈਰਾਗ੍ਰਾਫ ਪੜ੍ਹਦੇ ਹੋ ਤੁਹਾਨੂੰ ਅੱਖਰ ਦਾ ਮਤਲਬ ਸਮਝ ਨਹੀਂ ਆਉਂਦਾ, ਪਰ ਤੁਸੀਂ ਪੂਰਾ ਸੈਂਟੈਂਸ ਪੜ੍ਹਦੇ ਹੋ ਤਾਂ ਤੁਹਾਨੂੰ ਪੂਰਾ ਜਿਹੜਾ ਸੀਗਾ ਉਸ ਵਰਡ ਦਾ ਮਤਲਬ ਵੀ ਸਮਝ ਆ ਜਾਂਦਾ ਹੈ ਔਰ ਤੁਹਾਨੂੰ ਸਮਝ ਵੀ ਆ ਜਾਂਦਾ ਹੈ ਕਿ ਉਹ ਕਹਿਣਾ ਕੀ ਚਾਹੁੰਦਾ ਹੈ। ਸੋ ਰੀਡਿੰਗ ਦੇ ਵਿੱਚ ਕੀ ਹੋ ਗਿਆ ਤੁਹਾਡਾ ਉਹ, ਕਿ ਤੁਸੀਂ ਪੜ੍ਹ ਕੇ ਉਸ ਨੂੰ ਸਮਝ ਲਿਆ। ਸੋ ਦੈਟ ਮੀਨਸ
ਕਿਸ ਕੰਟੈਕਸਟ ਵਿੱਚ ਉਹ ਅੱਖਰ ਲਿਖੇ ਗਏ ਨੇ, ਤੁਹਾਨੂੰ ਉਹ ਪਤਾ ਲੱਗ ਗਿਆ। ਸੋ ਦੈਟ ਮੀਨਸ ਦੈਟ ਇਜ਼ ਅ ਬੈਟਰ ਵੇ ਆਫ ਰੀਡਿੰਗ ਆਲਸੋ, ਲਰਨਿੰਗ ਅ ਰੀਡਿੰਗ ਸਕਿੱਲ। ਪ੍ਰੀ ਰੀਡਿੰਗ ਟਾਸਕ ਆਰ ਮੈਂਟ ਫॉर, ਪ੍ਰੀ ਰੀਡਿੰਗ ਆਪਾਂ ਨੇ ਇਹ ਵੀ ਕੀਤਾ ਸੀ ਕਿ ਪ੍ਰੀ ਰੀਡਿੰਗ ਇਜ਼ ਆਲਸੋ ਮੈਥਡ ਆਫ ਰੀਡਿੰਗ ਆਲਸੋ, ਕਿ ਪ੍ਰੀ ਰੀਡ ਕਿਉਂ ਕੀਤਾ ਜਾਂਦਾ ਹੈ। ਇਵੈਲੂਏਟਿੰਗ ਦਾ ਰੀਡਿੰਗ ਸਕਿੱਲ, ਪ੍ਰੀ ਰੀਡਿੰਗ ਦਾ ਤਰੀਕਾ ਹੈ ਸਾਨੂੰ ਇੱਕ ਕਿ ਅੱਛਾ ਪੜ੍ਹਨ ਦਾ ਤਰੀਕਾ ਕਿਹੜਾ ਹੈਗਾ ਇਹ, ਇਹਦੇ ਵਿੱਚ ਵੀ ਇਹ ਚੀਜ਼ ਆਉਂਦੀ ਹੈ, ਪ੍ਰੀ ਰੀਡਿੰਗ 'ਚ ਆਉਂਦੀ ਹੈ ਕਿ ਸਮਝਣ ਵਾਸਤੇ ਅਸੀਂ ਪ੍ਰੀ ਰੀਡਿੰਗ ਕਰਦੇ ਹਾਂ ਕਈ ਵਾਰੀ ਉਹ। ਸੋ ਇਵੈਲੂਏਟਿੰਗ ਦਾ ਰੀਡਿੰਗ ਸਕਿੱਲ, ਇਹ ਤਾਂ ਇਵੈਲੂਏਸ਼ਨ ਦਾ ਤਰੀਕਾ ਨਹੀਂ ਹੈ, ਆਪਾਂ ਨੇ ਅਸੈਸਮੈਂਟ ਕੀਤਾ ਸੀਗਾ, ਇਵੈਲੂਏਸ਼ਨ ਦਾ ਤਰੀਕਾ ਨਹੀਂ ਹੈ। ਗਿਵਿੰਗ ਦਾ ਮੀਨਿੰਗ ਆਫ ਡਿਫਿਕਲਟ ਵਰਡਸ, ਇਹ ਤਾਂ ਕੁਝ ਠੀਕ ਲੱਗਦਾ, ਆਪਾਂ ਨੇ ਕਿਹਾ ਵੀ ਸੀਗਾ ਉੱਥੇ ਇਹ। ਇੰਟਰੋਡਿਊਸਿੰਗ ਦਾ ਮੇਨ ਆਈਡੀਆ ਐਂਡ ਮੋਟੀਵੇਟਿੰਗ, ਇਹ ਵੀ ਕੁਝ ਠੀਕ ਲੱਗਦਾ। ਐਕਸਪਲੇਨਿੰਗ ਦਾ ਗ੍ਰਾਮੈਟੀਕਲ ਆਈਟਮ ਯੂਜ਼ਡ ਇਨ ਦਾ ਰੀਡਿੰਗ ਟੈਕਸਟ, ਇਹ ਤਾਂ ਆਪਾਂ ਕਦੇ ਗੱਲ ਨਹੀਂ ਕੀਤੀ। ਸੋ ਹੁਣ ਦੋਨਾਂ ਦੇ ਵਿੱਚੋਂ ਕਿਹੜਾ ਤਰੀਕਾ ਜ਼ਿਆਦਾ ਬੈਟਰ ਹੈ। ਬੇਸਿਕਲੀ ਪ੍ਰੀ ਰੀਡਿੰਗ ਦਾ ਮਤਲਬ ਕੀ ਹੈ ਕਿ ਤੁਹਾਨੂੰ ਉਹ ਕਹਿਣਾ ਕੀ ਚਾਹੁੰਦਾ ਹੈ, ਉਹਦਾ ਮੇਨ ਆਈਡੀਆ ਸਮਝ ਆ ਜਾਏ। ਠੀਕ ਹੈ ਜੀ, ਤੁਹਾਨੂੰ ਅੱਖਰ ਪੜ੍ਹ ਕੇ, ਮੁਸ਼ਕਿਲ ਅੱਖਰ ਪੜ੍ਹ ਕੇ ਤੁਹਾਨੂੰ ਇਹ ਪਤਾ ਲੱਗ ਜਾਏ ਕਿ ਤੁਹਾਡੀ ਪੈਰੇ 'ਚ ਲਿਖਿਆ ਕੀ ਹੋਇਆ, ਪਰ ਮੇਨ ਪਰਪਸ ਆਫ ਪ੍ਰੀ ਰੀਡਿੰਗ ਕੀ ਹੈ, ਮੇਨ ਪਰਪਸ ਕੀ ਹੈ ਕਿ ਤੁਹਾਨੂੰ ਉਸ ਪੈਰਾਗ੍ਰਾਫ ਦਾ ਮਤਲਬ ਸਮਝ ਆ ਜਾਏ ਕਿ ਜਿਹੜਾ ਆਥਰ ਹੈ ਜਿਹਨੇ ਉਹ ਪੈਰਾਗ੍ਰਾਫ ਲਿਖਿਆ ਹੈ, ਜੋ ਕੁਝ ਉਹ ਕਮਿਊਨੀਕੇਟ ਕਰਨਾ ਚਾਹੁੰਦਾ ਹੈ, ਉਹ ਤੁਹਾਨੂੰ ਸਮਝ ਆਉਂਦਾ ਪਿਆ ਹੈ ਕਿ ਨਹੀਂ ਸਮਝ ਆਉਂਦਾ ਪਿਆ। ਸੋ ਇਹਦੇ ਵਿੱਚ ਦੋ, ਇਹ ਵੀ ਸਾਨੂੰ ਕਿਤੇ ਨਾ ਕਿਤੇ ਠੀਕ ਲੱਗਦਾ ਸੀਗਾ, ਪਰ ਜਦੋਂ ਦੋ ਆਪਸ਼ਨਸ ਹੋ ਗਏ ਤਾਂ ਬੈਟਰ ਆਪਸ਼ਨ ਕਿਹੜੀ ਹੋਏਗੀ ਤੁਹਾਡਾ, ਕਿ ਮੇਨ ਆਈਡੀਆ ਆਫ ਦਾ ਪੈਰਾਗ੍ਰਾਫ ਉਹ ਤੁਹਾਨੂੰ ਸਮਝ ਆਉਂਦਾ ਕਿ ਨਹੀਂ ਆਉਂਦਾ। ਔਰ ਇਹਦੇ ਵਿੱਚ ਸਾਨੂੰ ਕੀ ਸੀਗਾ, ਸਿਰਫ ਡਿਫਿਕਲਟ ਅੱਖਰ, ਕਿ ਜਿਹੜੇ ਔਖੇ ਅੱਖਰ ਹੈਗੇ ਨੇ ਉਹਨਾਂ ਦਾ ਮਤਲਬ ਕੀ, ਉਹਨਾਂ ਅੱਖਰਾਂ ਦਾ ਮਤਲਬ ਵੀ ਸਾਨੂੰ ਪਤਾ ਹੋਣਾ ਚਾਹੀਦਾ। ਪ੍ਰੀ ਰੀਡਿੰਗ 'ਚ ਇਹ ਵੀ ਆਉਂਦਾ ਹੈ, ਪਰ ਬੇਸਿਕ ਆਈਡੀਆ ਕੀ ਹੈ ਇਹਦੇ ਵਿੱਚ, ਉਹ ਕਿ ਤੁਹਾਨੂੰ ਪੂਰੇ ਪੈਰਾਗ੍ਰਾਫ ਦਾ ਮਤਲਬ ਸਮਝ ਆ ਗਿਆ ਕਿ ਨਹੀਂ ਆ ਗਿਆ, ਦੈਟ ਇਜ਼, ਉਸ ਚੀਜ਼ ਨੂੰ ਅਸੀਂ ਕੀ ਕਹਿੰਦੇ ਹਾਂ, ਅਸੀਂ ਉਹਨੂੰ ਪ੍ਰੀ ਰੀਡਿੰਗ ਕਹਿ ਦਿੰਦੇ ਹਾਂ। ਠੀਕ ਹੈ ਜੀ, ਹਾਂਜੀ। ਹੁਣ ਰਾਈਟਿੰਗ ਦੇ ਉੱਤੇ ਆ ਗਏ, ਆਪਾਂ ਨੇ ਹਾਲੇ ਤੱਕ ਲਿਸਨਿੰਗ ਦੇ ਉੱਤੇ ਕੁਐਸਚਨ ਕੀਤੇ ਨੇ, ਆਪਾਂ ਨੇ ਸਪੀਕਿੰਗ ਦੇ ਕੀਤੇ ਨੇ, ਰੀਡਿੰਗ ਤੇ ਕੀਤੇ ਨੇ, ਹੁਣ ਰਾਈਟਿੰਗ ਦੇ ਉੱਤੇ ਕੁਝ ਕੁਐਸਚਨ। A teacher gives many sentences and asks her students to arrange them in a letter using appropriate connectors. The skill then is chiefly involved in this task is, ਆਪਾਂ ਨੇ ਕੀਤਾ ਸੀ ਕੋਡਰ, ਕੋਡਰ, ਕੋਲੈਕਟ, ਠੀਕ ਹੈ ਜੀ, ਇਹਨੂੰ ਫਿਰ ਕੀ ਆਰਗੇਨਾਈਜ਼, ਠੀਕ ਹੈ ਜੀ, ਫਿਰ ਡਰਾਫਟ, ਫਿਰ ਕੀ ਐਡਿਟ, ਫਿਰ ਰੀਡਰਾਫਟ। ਹੁਣ ਪਹਿਲਾਂ ਕੀ ਦਿੱਤਾ ਉਹਨੇ, ਸੈਂਟੈਂਸਸ ਦੇ ਦਿੱਤੇ, ਔਰ ਕੀ ਕਿਹਾ ਤੁਸੀਂ ਉਹਨਾਂ ਨੂੰ ਅਰੇਂਜ ਕਰੋ। ਅਰੇਂਜ ਕਰਨ ਦਾ ਮਤਲਬ ਕੀ ਹੋ ਗਿਆ, ਉਹਨੂੰ ਆਰਗੇਨਾਈਜ਼ ਕਰੋ ਤੁਸੀਂ ਉਹਨੂੰ ਹੋਇਆ। ਠੀਕ ਹੈ ਜੀ, ਸੋ ਇਹ ਤਾਂ ਕਲੈਕਸ਼ਨ ਇਨਫੋਰਮੇਸ਼ਨ ਤੁਹਾਨੂੰ ਪਹਿਲੇ ਦੇ ਦਿੱਤੀ ਹੋਈ ਹੈ, ਦੈਟ ਮੀਨਸ ਇਹ ਤਾਂ ਜਵਾਬ ਹੋਏਗਾ ਨਹੀਂ ਹੋਏਗਾ। ਐਕਸਪੈਂਡਿੰਗ ਨੋਟਿਸ, ਨਾ ਤੁਹਾਨੂੰ ਕੁਝ ਕਿਹਾ ਕੁਝ ਹੋਰ ਕਰਨ ਨੂੰ, ਇਹ ਤਾਂ ਕੁਝ ਹੋਰ ਹੀ ਮਤਲਬ ਕਰਨ ਵਾਸਤੇ ਕਹਿ ਰਹੇ। ਨੋ। ਆਰਗੇਨਾਈਜ਼ ਆਪਾਂ ਨੇ ਕੀਤਾ ਸੀਗਾ ਕਿ ਕੋਡਰ ਤਾਂ ਪਹਿਲਾਂ ਕਲੈਕਟ ਕਰਨਾ, ਫਿਰ ਉਸ ਤੋਂ ਬਾਅਦ ਕੀ ਕਰਨਾ ਆਪਾਂ ਨੇ, ਆਰਗੇਨਾਈਜ਼ ਕਰਨਾ ਹੈ। ਇਹ ਰੀਰਾਈਟਿੰਗ ਇਹਦਾ ਸਭ ਤੋਂ ਲਾਸਟ ਵਾਲਾ ਸਟੈਪ ਹੈ, ਰੀਰਾਈਟਿੰਗ ਜਾਂ ਰੀਡਰਾਫਟਿੰਗ। ਸੋ ਸਾਡਾ ਜਵਾਬ ਕੀ ਹੋਏਗਾ, ਆਰਗੇਨਾਈਜ਼ਿੰਗ। ਆਫਟਰ ਰੀਡਿੰਗ ਅ ਸਟੋਰੀ ਔਨ ਫਿਸ਼, a teacher asks children to answer, imagine you are a fish in a pond, what do you see around you? ਤੁਸੀਂ ਸੋਚੋ ਕਿ ਤੁਸੀਂ ਪਾਣੀ ਦੇ ਵਿੱਚ ਇੱਕ ਮੱਛੀ ਹੋ, ਠੀਕ ਹੈ ਜੀ, ਤੁਹਾਨੂੰ ਆਲੇ ਦੁਆਲੇ ਕੀ ਦਿਖਦਾ ਹੈ। ਇਹ ਕਿਸ ਤਰ੍ਹਾਂ ਦਾ ਕੁਐਸਚਨ ਹੈ, ਇਹ ਕੋਈ ਕਲੋਜ਼ ਐਂਡਡ ਕੁਐਸਚਨ ਹੈ। ਕਲੋਜ਼ ਐਂਡਡ ਕੁਐਸਚਨ ਦੇ ਵਿੱਚ ਤਾਂ ਕੀ ਹੁੰਦਾ ਹੈ, ਸਿਰਫ ਇੱਕੋ ਜਵਾਬ ਹੁੰਦਾ, ਦੈਟ ਮੀਨਸ ਇਹ ਜਵਾਬ ਨਹੀਂ ਹੋਏਗਾ। ਕੰਪਰੀਹੈਂਸ਼ਨ ਕੁਐਸਚਨ, ਕੰਪਰੀਹੈਂਸ਼ਨ ਕੁਐਸਚਨ ਕਿਹੜਾ ਹੁੰਦਾ ਹੈ, ਇਹ ਤੁਹਾਨੂੰ ਪੈਰਾਗ੍ਰਾਫ ਦਿੱਤਾ ਹੈ, ਉਹਦੇ ਵਿੱਚੋਂ ਤੁਸੀਂ ਕੋਈ ਜਵਾਬ ਲੱਭਣਾ, ਉਹ ਵੀ ਨਹੀਂ ਹੈ। ਮਲਟੀਪਲ ਚੋਇਸ ਕੁਐਸਚਨ, ਤੁਹਾਨੂੰ ਆਪਸ਼ਨਾਂ ਦਿੱਤੀਆਂ ਨੇ, ਨਹੀਂ ਦਿੱਤੀਆਂ। ਓਪਨ ਐਂਡਡ ਕੁਐਸਚਨ, ਕਿ ਬੱਚਾ ਆਪਣੇ ਦਿਮਾਗ ਨਾਲ ਸੋਚੇ ਕਿ ਮੈਨੂੰ ਆਲੇ ਦੁਆਲੇ ਕੀ ਦਿਖ ਰਿਹਾ, ਮੈਂ ਉਸ ਚੀਜ਼ ਨੂੰ ਐਕਸਪਲੇਨ ਕਰਨਾ। ਸੋ ਦੈਟ ਇਜ਼ ਏ ਓਪਨ ਐਂਡਡ ਕੁਐਸਚਨ। ਡਿਡਕਟਿਵ ਮੈਥਡ ਪ੍ਰੋਸੀਡਸ ਫਰੋਮ, ਡਿਡਕਟਿਵ ਮੈਥਡ ਜਿੱਥੇ ਵੀ ਆ ਜਾਏਗਾ ਉੱਥੇ ਪਹਿਲਾਂ ਕੀ ਹੋਏਗਾ, ਪਹਿਲਾਂ ਲਾਅ ਆਏਗਾ, ਔਰ ਉਸ ਤੋਂ ਬਾਅਦ ਕੀ ਹੋਏਗਾ ਤੁਹਾਡਾ ਫਿਰ ਉਹ ਕਿ ਤੁਸੀਂ ਉਹਦਾ ਯੂਜ਼ੇਜ ਆਏਗਾ। ਸੋ ਇਹਦੇ ਵਿੱਚ ਸਿੱਧਾ ਹੀ ਤੁਹਾਡਾ ਆਨਸਰ ਕੀ ਬਣੇਗਾ, ਲਾਅ ਐਂਡ ਰੂਲ ਟੂ ਆਬਜ਼ਰਵੇਸ਼ਨ।
ਕਿ ਪਹਿਲਾਂ ਲਾਅ ਤੇ ਰੂਲ ਤੁਸੀਂ ਸਮਝ ਲਿੱਤੇ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਫਿਰ ਜਿਹੜਾ ਸੀਗਾ ਉਹਨੂੰ ਲਿਖਣਾ ਸ਼ੁਰੂ ਕੀਤਾ ਤੇ ਆਬਜ਼ਰਵ ਕਰਕੇ ਲਿਖਣਾ ਸ਼ੁਰੂ ਕੀਤਾ ਸੀ। ਲੈਂਗੁਏਜ ਐਕੁਇਜ਼ੀਸ਼ਨ, ਲੈਂਗੁਏਜ ਐਕੁਇਜ਼ੀਸ਼ਨ, ਐਕੁਇਜ਼ੀਸ਼ਨ ਦਾ ਮਤਲਬ ਕੀ ਹੁੰਦਾ ਤੁਹਾਡਾ ਉਹ ਕਿ ਤੁਸੀਂ ਐਕਵਾਇਰ ਕਰਦੇ ਹੋ, ਠੀਕ ਹੈ ਜੀ। ਐਕੁਇਜ਼ੀਸ਼ਨ ਜਿਹੜੀ ਸੀਗੀ ਨਾ, ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਚੀਜ਼ ਹੁੰਦੀ ਹੈ ਐਕੁਇਜ਼ੀਸ਼ਨ ਔਰ ਇੱਕ ਹੁੰਦਾ ਲਰਨਿੰਗ। ਐਕੁਇਜ਼ੀਸ਼ਨ ਹੁੰਦੀ ਹੈ ਜਿਹੜੀ ਕਿ ਆਪਣੇ ਆਪ ਹੀ ਹੋ ਜਾਂਦੀ ਹੈ। ਮੈਂ ਤੁਸੀਂ ਬੱਚਾ ਪੈਦਾ ਹੁੰਦਾ ਹੈ ਤਾਂ ਉਹਨੂੰ ਤੁਸੀਂ ਪੰਜਾਬੀ ਬੋਲਣੀ ਸਿਖਾਉਂਦੇ ਹੋ ਕਿ ਤੁਸੀਂ ਉਹਨੂੰ ਕਿ ਉਹ ਆਪਣੇ ਆਪ ਬੋਲਣਾ ਸ਼ੁਰੂ ਹੋ ਜਾਂਦਾ ਉਹ, ਠੀਕ ਹੈ ਜੀ ਨਾ। ਪੰਜਾਬੀ ਤਾਂ ਉਹਨੂੰ, ਕਿਉਂਕਿ ਚਾਰੇ ਪਾਸੇ ਉਹ ਪੰਜਾਬੀ ਲੈਂਗੁਏਜ ਸੁਣ ਰਿਹਾ ਹੈ ਜਾਂ ਕੋਈ ਬੱਚਾ ਹਿੰਦੀ ਲੈਂਗੁਏਜ ਸੁਣ ਰਿਹਾ ਹੈ ਤਾਂ ਉਹਨੂੰ ਆਪਣੇ ਆਪ ਸਮਝ ਆ ਜਾਂਦੀ ਹੈ। ਦੈਟ ਮੀਨਸ ਉਹਨੇ ਉਹ ਲੈਂਗੁਏਜ ਕੀ ਕਰ ਲਿਆ, ਐਕਵਾਇਰ ਕਰ ਲਈ ਹੈ। ਲਰਨਿੰਗ, ਅੰਗਰੇਜ਼ੀ ਤੁਸੀਂ ਉਹਨੇ ਐਕਵਾਇਰ ਕੀਤੀ ਹੈ ਕਿ ਉਹਨੇ ਉਹਨੂੰ ਪੜ੍ਹਾਈ ਗਈ ਹੈ, ਉਹਨੇ ਲਰਨ ਕੀਤੀ ਹੈ। ਅੰਗਰੇਜ਼ੀ ਜਿਹੜੀ ਸੀਗੀ, ਇੰਗਲਿਸ਼ ਜਿਹੜੀ ਸੀਗੀ ਉਹ ਲਰਨ ਕਰਦਾ ਉਹ, ਕਿਉਂਕਿ ਤੁਸੀਂ ਉਹਨੂੰ ਪੜ੍ਹਾਉਂਦੇ ਹੋ, ਠੀਕ ਹੈ ਜੀ। ਸੋ ਲੈਂਗੁਏਜ ਐਕੁਇਜ਼ੀਸ਼ਨ ਅਕਰਜ਼ ਵੈਨ ਦ ਚਾਈਲਡ ਇਜ਼ ਟੌਟ ਦ ਰੂਲਸ ਆਫ ਗ੍ਰਾਮਰ। ਹੁਣ ਪੰਜਾਬੀ ਵਾਸਤੇ ਉਹਨਾਂ ਨੂੰ ਪਹਿਲਾਂ ਤੁਸੀਂ ਦੱਸਿਆ ਸੀਗਾ ਕਿ ਵੀ ਗ੍ਰਾਮਰ ਦੇ ਰੂਲ ਪੜ੍ਹਾਏ ਸੀਗੇ? ਨਾ ਪੜ੍ਹਾਇਆ ਸੀਗਾ ਨਾ। ਚਾਈਲਡ ਇਜ਼ ਗਿਵਨ ਏ ਰਿਵਾਰਡ, ਕਿ ਤੁਸੀਂ ਉਹਨੂੰ ਚਾਕਲੇਟ ਖਵਾਈ ਸੀ ਤਾਂ ਬੋਲੂਗਾ ਉਹ, ਮੰਮੀ ਪਾਪਾ ਬੋਲੂਗਾ ਜਾਂ ਕਹੂਗਾ ਕਿ ਮੈਂ ਦੁੱਧ ਪੀਣਾ, ਠੀਕ ਹੈ ਜੀ। ਚਾਈਲਡ ਹੈਜ਼ ਐਕਸਪੋਜ਼ਰ ਟੂ ਲੈਂਗੁਏਜ, ਉਹਨੂੰ ਲੈਂਗੁਏਜ ਦਾ ਐਕਸਪੋਜ਼ਰ ਹੋਇਆ, ਉਹਨੇ ਉਹ ਸਿੱਖ ਲਿੱਤੀ। ਚਾਈਲਡ ਐਬਜ਼ੌਰਵ ਦਾ ਲੈਂਗੁਏਜ ਵਿਦ ਕੌਨਸ਼ੀਅਸ ਅਟੈਂਸ਼ਨ, ਕਿ ਉਹਨੂੰ ਕੌਨਸ਼ੀਅਸ ਅਟੈਂਸ਼ਨ, ਐਕੁਇਜ਼ੀਸ਼ਨ ਦੇ ਵਿੱਚ ਅਨਕੌਨਸ਼ੀਅਸਲੀ ਸਿੱਖ ਰਿਹਾ ਉਹ, ਠੀਕ ਹੈ ਜੀ। ਸੋ ਦੈਟ ਮੀਨਸ ਸਾਡਾ ਜਵਾਬ ਕੀ ਹੋਏਗਾ, ਚਾਈਲਡ ਹੈਜ਼ ਐਕਸਪੋਜ਼ਰ ਟੂ ਦ ਲੈਂਗੁਏਜ। ਇਹ ਜਵਾਬ ਕਿਉਂ ਨਹੀਂ ਹੋਏਗਾ, ਕਿਉਂਕਿ ਇੱਥੇ ਵਰਡ ਕੀ ਯੂਜ਼ ਕੀਤਾ ਹੈ, ਕੌਨਸ਼ੀਅਸ ਅਟੈਂਸ਼ਨ। ਕੌਨਸ਼ੀਅਸ ਅਟੈਂਸ਼ਨ ਕਿਹਦੇ ਵਿੱਚ ਆਏਗੀ, ਉਹ ਲਰਨਿੰਗ ਦੇ ਵਿੱਚ ਆਏਗੀ, ਠੀਕ ਹੈ ਜੀ। ਸੋ ਇਸ ਤਰੀਕੇ ਨਾਲ ਜਿਹੜਾ ਸੀਗਾ ਰਾਈਟਿੰਗ ਦੇ ਤਰੀਕੇ ਨੂੰ, ਸਕਿੱਲ ਨੂੰ ਇੰਪਰੂਵ ਕੀਤਾ ਜਾ ਸਕਦਾ ਹੈ। Rita often makes errors in subject-verb concord. The teacher can help her by. Now, ਉਹ ਰੀਟਾ ਨੂੰ ਕਿਵੇਂ ਮਦਦ ਕਰ ਸਕਦਾ ਹੈ? Talking up many examples for the entire class and paying special attention to Rita. Explaining to her the rules of grammar. ठीक है जी। फिर asking Rita to learn the rules and scolding her. Asking Rita to write the rules 10 times in her notebook. ਸਭ ਤੋਂ ਪਹਿਲੀ ਵੀਡੀਓ ਡੂਜ਼ ਐਂਡ ਡੋਂਟਸ, ਉਹਦੇ 'ਚ ਆਪਾਂ ਕੀ ਕੀਤਾ ਸੀਗਾ, ਕੀ ਨਹੀਂ ਕਰਨਾ, ਕਿ ਬੱਚੇ ਨੂੰ ਰਿਪੀਟ ਕਰਨ ਵਾਸਤੇ ਨਹੀਂ ਕਹਿਣਾ, ਉਹਨੂੰ ਅਸੀਂ ਝਾੜਨਾ ਨਹੀਂ, ਗੁੱਸੇ ਨਹੀਂ ਕਰਨਾ। ਐਕਸਪਲੇਨ ਦ ਰੂਲਸ ਟੂ ਹਰ ਦ ਰੂਲਸ ਆਫ ਗ੍ਰਾਮਰ ਨਾ, ਇਹਨਾਂ ਦੋਨਾਂ ਦੇ ਵਿੱਚੋਂ। ਸੋ ਦੈਟ ਮੀਨਸ ਪਹਿਲਾਂ ਤਾਂ ਗ੍ਰਾਮਰ ਪੜ੍ਹਾਓ, ਠੀਕ ਹੈ ਜੀ, ਫਿਰ ਉਹਨੂੰ ਦੱਸੋ ਕਿ ਵੀ ਇਹ ਤੈਨੂੰ ਆਹ ਜਿਹੜੇ ਸਬਜੈਕਟ ਵਰਡ ਦਾ ਜਿਹੜਾ ਸੀਗਾ ਇਹ ਕਿੱਥੇ ਵਰਤਿਆ ਜਾਣਾ ਇਹ, ਠੀਕ ਹੈ ਨਾ। ਇਹ ਵੀ ਤਰੀਕਾ ਹੈ, ਜਿਸ ਤਰੀਕੇ ਨੂੰ ਅਸੀਂ ਗ੍ਰਾਮੈਟੀਕਲ ਟ੍ਰਾਂਸਲੇਸ਼ਨ ਮੈਥਡ ਕਹਿ ਦਿੰਦੇ ਹਾਂ, ਪਰ ਇਹ ਤਰੀਕਾ ਜਿਹੜਾ ਸੀ ਡਿਸਕਾਰਡਡ ਤਰੀਕਾ ਹੈ। ਜਦੋਂ ਆਪਾਂ ਰੀਅਲ ਲਾਈਫ ਸਿਚੁਏਸ਼ਨ ਦੇ ਵਿੱਚ ਐਗਜ਼ਾਮਪਲਸ ਦੇ ਕੇ ਗੱਲ ਕਰਦੇ ਹਾਂ ਤਾਂ ਗੱਲ ਚੰਗੇ ਤਰੀਕੇ ਨਾਲ ਸਮਝ ਆਉਂਦੀ ਹੈ। ਦੈਟ ਮੀਨਸ talking up many examples for the entire class, ठीक है जी। ਇੱਥੇ taking up ਆਣਾ ਸੀਗਾ, talking ਨਹੀਂ ਸੀ ਆਣਾ, taking up many examples, ਠੀਕ ਹੈ ਜੀ। ਸੋ ਇੱਥੇ ਵਰਡ ਕੀ ਯੂਜ਼ ਕਰਨਾ ਸੀ, taking up many examples for the entire class and paying special attention to Rita. ਸੋ ਇਸ ਤਰੀਕੇ ਨਾਲ ਉਸ ਨੂੰ ਚੰਗੇ ਤਰੀਕੇ ਨਾਲ ਸਮਝਾਇਆ ਜਾ ਸਕਦਾ ਹੈ। ਇਹ ਡੂਜ਼ ਐਂਡ ਡੋਂਟਸ ਵੀ ਕੀਤਾ ਸੀਗਾ, ਔਰ ਅਸੀਂ ਦੇਖਦੇ ਹਾਂ ਕਿ ਇੰਗਲਿਸ਼ ਦੇ ਵਿੱਚ ਵੀ ਜਾਂ ਕਿਸੇ ਵੀ ਲੈਂਗੁਏਜ ਪੈਡਾਗੋਜੀ ਦੇ ਵਿੱਚ ਇਸ ਤਰੀਕੇ ਨਾਲ ਬੱਚਿਆਂ ਨੂੰ ਪੜ੍ਹਾਇਆ ਜਾਣਾ ਚਾਹੀਦਾ ਹੈ।